ਸਰਕਾਰ ਨੇ ਸਿੱਧੀ ਅਦਾਇਗੀ ਦੀ ਬੀਨ ਵਜਾ ਕੇ ਕਿਸਾਨ ਅਤੇ ਆੜਤੀਏ ਅੜਾ ਲਏ ਨੇ। ਅੱਜ ਤੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ, ਪਰ ਕਿਸਾਨ ਮੰਡੀਆਂ ਤੋਂ ਅਤੇ ਆੜਤੀਆਂ ਤੋਂ ਕੰਨੀ ਕਤਰਾ ਰਹੇ ਨੇ। ਕਿਉਂਕਿ ਸਿੱਧੀ ਅਦਾਇਗੀ ਨੂੰ ਲੈ ਕੇ ਬਹੁਤ ਸਾਰੇ ਭੁਲੇਖੇ ਨੇ ਕਿ ਪੈਸੇ ਕਿੱਥੋਂ ਵਾਪਸ ਆਉਣਗੇ। ਕਿਸਾਨ ਡਰਦਾ ਮੰਡੀਆਂ 'ਚ ਨਹੀਂ ਆ ਰਿਹਾ ਅਤੇ ਆੜਤੀਏ ਅੱਜ ਹੜਤਾਲ ਦੇ ਉੱਪਰ ਨੇ। ਮੀਟਿੰਗਾਂ ਚੱਲ ਰਹੀਆਂ ਨੇ ਕਿ ਫਸਲ ਲੈਣੀ ਹੈ ਜਾਂ ਫਿਰ ਨਹੀਂ। ਤਾਂ ਇਹੀ ਮੰਡੀਆਂ ਦਾ ਜਾਇਜ਼ਾ ਲੈਣ ਦੇ ਲਈ ਅੱਜ ਅਸੀਂ ਜਲੰਧਰ ਦੀ ਇੱਕ ਵੱਡੀ ਮੰਡੀ ਦੇ ਵਿੱਚ ਖੜੇ ਹਾਂ ਕਿ ਅਸਲ ਦੇ ਵਿੱਚ ਹਾਲਾਤ ਕੀ ਨੇ। ਕਿਉਂਕਿ ਜਿਸ ਦਿਨ ਸਰਕਾਰੀ ਖਰੀਦ ਸ਼ੁਰੂ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਵੈਸੇ ਤਾਂ ਕਿਸਾਨ ਮੰਡੀਆਂ 'ਚ ਆ ਜਾਂਦੇ ਹੁੰਦੇ ਆ, ਪਰ ਅੱਜ ਹਾਲਾਤ ਅਜਿਹੇ ਨੇ ਕਿ ਕਿਸਾਨ ਮੰਡੀਆਂ ਦੇ ਵਿੱਚ ਉਸ ਤਰੀਕੇ ਨਾਲ ਨਹੀਂ ਆ ਰਿਹਾ। ਫਸਲਾਂ ਪੱਕੀਆਂ ਖੜੀਆਂ ਨੇ ਪਰ ਵਾਢੀ ਨਹੀਂ ਹੋ ਰਹੀ। ਤਾਂ ਮੇਰੇ ਨਾਲ ਆੜਤੀਏ ਨੇ, ਗੱਲਬਾਤ ਕਰਦੇ ਆ ਜਗਜੀਤ ਸਿੰਘ ਅਰੋੜਾ ਕਿ ਅਸਲ ਦੇ ਵਿੱਚ ਹਾਲਾਤ ਕੀ ਨੇ, ਆੜਤੀਆ ਕੀ ਸੋਚਦਾ ਹੈ ਕਿ ਫਸਲ ਕਿਸ ਤਰੀਕੇ ਨਾਲ ਲੈਣੀ ਚਾਹੀਦੀ ਆ ਜਾਂ ਫਿਰ ਕਿਉਂ ਨਹੀਂ ਲੈ ਰਹੇ। ਅਰੋੜਾ ਸਾਹਿਬ, ਹਾਲਾਤ ਕੀ ਨੇ? ਇੰਨੀ ਸੁੰਨ ਪਈ ਆ ਮੰਡੀ ਦੇ ਵਿੱਚ, ਆਮ ਦਿਨਾਂ 'ਚ ਹੁੰਦੀ ਨਹੀਂ। ਹਾਲਾਤ ਕੁਝ ਵੀ ਨਹੀਂ। ਹਾਲਾਤ ਇਹ ਹੈ ਵੀ ਹਲੇ ਭੁਲੇਖਾ ਵੀ ਪੇਮੈਂਟ ਕਿਹਨਾਂ ਨੇ ਦੇਣੀ ਹੈ, ਡਾਇਰੈਕਟ ਦੇਣੀ ਗਵਰਨਮੈਂਟ ਨੇ ਕਿ ਆੜਤੀਆਂ ਥਰੂ ਦੇਣੀ ਹੈ। ਇਹੀ ਰੱਟਾ ਇਹੀ ਹੈ ਸਿਰਫ। ਅੱਜ ਇਹ ਕਲੀਅਰ ਹੋ ਜਾਏ ਤੇ ਕੱਲ ਤੋਂ ਮੰਡੀ 'ਚ ਰਸ਼ ਪੈ ਜਾਣਾ। ਹਜੇ ਤੱਕ ਬਾਰਦਾਨਾ ਨਹੀਂ ਆਇਆ ਮੰਡੀਆਂ 'ਚ, ਕਿਸੇ ਏਜੰਸੀ ਨੇ ਸਾਨੂੰ ਬਾਰਦਾਨਾ ਨਹੀਂ ਦਿੱਤਾ। ਆ ਜਿਹੜਾ ਭਰ ਰਿਹਾ ਆੜਤ ਵਾਲੇ ਭਰ ਕੇ ਰੱਖ ਰਿਹਾ ਪ੍ਰਾਈਵੇਟ, ਉਹ ਜ਼ਿਮੀਂਦਾਰ ਜਿਹੜਾ ਆਉਂਦਾ ਮਾਲ ਲੈ ਕੇ ਉਹਨੇ ਤੇ ਭਰ ਕੇ ਜਾਣਾ, ਬੈਠਾ ਥੋੜੀ ਰਹੂ ਮੰਡੀ 'ਚ। ਜਿਹੜਾ ਇਹ ਜਿਹੜੇ ਫਸਲ ਲੈ ਕੇ ਆਏ ਨੇ ਤੇ ਫਿਰ ਇਹ ਕਿਹਨਾਂ ਦੇ ਕੋਲ ਲੈ ਕੇ ਆਏ ਆ ਤੇ ਇਹ ਕਿਹਨਾਂ ਨੂੰ, ਇਹ ਬਾਰਦਾਨਾ ਕਿਹਨਾਂ ਦਾ ਆ, ਕੌਣ ਭਰ ਰਿਹਾ ਇਹ ਸਾਡੇ ਮੰਡੀ ਜਿਹੜੇ ਆੜਤੀ ਹੈ ਕੋਈ ਵੀ ਹੈ, ਜਿੱਦਾਂ ਹੁਣ 109 ਨੰਬਰ ਵਾਲੇ ਆਪਣੇ ਹੈਗੇ ਆ ਜਸਪਾਲ ਸਿੰਘ ਐਂਡ ਕੰਪਨੀ, ਉਹਨਾਂ ਦੀ ਦੁਕਾਨ ਤੇ ਜ਼ਿਮੀਂਦਾਰ ਆਇਆ ਮਾਲ ਲੈ ਕੇ, ਤੇ ਹੁਣ ਜ਼ਿਮੀਂਦਾਰ ਨੇ ਤੇ ਭਰ ਕੇ ਜਾਣਾ ਘਰ, ਇੱਥੇ ਥੋੜੀ ਬੈਠੇ ਰਹਿਣਾ। ਉਹ ਵਿਚਾਰਾ ਬੋਰੀਆਂ ਭਰਾ ਕੇ ਰੱਖ ਜਾਊਗਾ, ਜਿੱਦਾਂ ਸਰਕਾਰੀ ਖਰੀਦ ਹੋਊ ਉਧਰ ਪਲਟ ਦੇਣਗੇ ਉਹਨਾਂ ਨੂੰ। ਬਾਰਦਾਨਾ ਜੇ ਆਇਆ ਨਹੀਂ ਸਰਕਾਰ ਦਾ। ਇਹਦਾ ਖਰਚਾ ਫਿਰ ਕਿਹਨੂੰ ਪਊਗਾ? ਖਰਚਾ ਤੇ ਹੁਣ ਜ਼ਿਮੀਂਦਾਰ ਨੂੰ ਹੀ ਪੈਣਾ ਜੀ। ਜ਼ਿਮੀਂਦਾਰ ਨੂੰ। ਹਾਂ, ਤੇ ਬਾਰਦਾਨਾ ਨਾ ਆਉਣ ਦਾ ਕਾਰਨ ਕੀ ਸਮਝਦੇ ਹੋ? ਕਿਉਂਕਿ ਸਰਕਾਰ ਤਾਂ ਕਹਿੰਦੀ ਹੈ ਕਿ ਤੁਸੀਂ ਫਸਲ ਲਓ, ਅਸੀਂ ਸਿੱਧੀ ਅਦਾਇਗੀ ਕਰ ਦਾਂਗੇ। ਨਹੀਂ, ਅਦਾਇਗੀ ਸਿੱਧੀ ਹੋਵੇ। ਜਿਹੜੀ FCI ਕਹਿੰਦੇ ਆ, ਅੱਜ ਅਖਬਾਰ 'ਚ ਆਇਆ ਨਾ ਵੀ ਜਿਹੜੀ FCI ਸਿੱਧੀ ਅਦਾਇਗੀ ਕਰੇਗੀ, ਬਾਕੀ ਜਿਹੜੀ ਅਦਾਇਗੀ ਏਜੰਸੀਆਂ ਨਹੀਂ ਉਹ ਆੜਤੀਆਂ ਥਰੂ ਹੋਏਗੀ। ਪਰ ਹਲੇ ਕੋਈ ਫਾਈਨਲ ਨਹੀਂ ਹੈਗਾ ਅਜੇ ਤੱਕ, ਮਤਲਬ ਕੋਈ ਰਿਟਰਨ ਨਹੀਂ ਆਇਆ, ਕੁਝ ਨਹੀਂ ਪਤਾ ਅਜੇ। ਤੇ ਕੀ ਸੋਚ ਰਿਹਾ ਹੈ ਕਿ ਕਿਵੇਂ ਹੋਣਾ ਚਾਹੀਦਾ ਸਿਸਟਮ? ਦੇਖੋ, ਸਿੱਧੀ ਅਦਾਇਗੀ 'ਚ ਸਾਨੂੰ ਕੋਈ ਦਿੱਕਤ ਨਹੀਂ। ਇੱਕ ਕਲੀਅਰ ਹੋਣਾ ਚਾਹੀਦਾ ਵੀ ਸਾਡੀ ਜਿਹੜੀ ਆੜਤ ਹੈਗੀ ਹੈ ਜਾਂ ਲੇਬਰ ਹੈਗੀ ਉਹ ਸਾਨੂੰ ਕਿਹੜੇ ਹਿਸਾਬ ਨਾਲ ਮਿਲੇਗੀ। ਠੀਕ ਹੈ ਨਾ, ਉਹ 'ਚ ਕੋਈ ਮਤਲਬ ਕਿ ਇਹੋ ਜਿਹੀ ਨਹੀਂ। ਅਦਾਇਗੀ ਤੇ ਅਸੀਂ ਵੀ ਦੇਣੀ, ਜ਼ਿਮੀਂਦਾਰ ਨੂੰ ਸਰਕਾਰ ਨੇ ਵੀ ਦੇਣੀ ਹੈ, ਉਹ 'ਚ ਕੋਈ ਫਰਕ ਨਹੀਂ ਹੈਗਾ। ਕਲੈਰਿਟੀ ਨਹੀਂ ਹੈਗੀ। ਮਤਲਬ ਕਲੀਅਰ ਹੋ ਜਾਣਾ ਵੀ ਆਹ ਮਤਲਬ ਕਲੀਅਰ ਤੁਹਾਡੀ ਆੜਤ ਤੇ ਇੰਨੇ % ਤੁਹਾਨੂੰ ਜਿਹੜੀ ਮਿਲਣੀ ਹੈ ਤੁਹਾਡੀ, ਤੇ ਸਵੇਰ ਤੋਂ ਮੰਡੀ 'ਚ ਰਸ਼ ਪੈ ਜਾਣਾ। ਹਲੇ ਕਲੀਅਰ ਕੁਝ ਨਹੀਂ। ਅੱਛਾ, ਜੇ ਸਰਕਾਰ ਕਹਿ ਦੇ ਕਿ ਤੁਹਾਡਾ ਜਿਹੜਾ ਪਰਸੈਂਟੇਜ ਆ, ਤੁਹਾਡੀ ਜਿਹੜੀ ਕਮਿਸ਼ਨ ਆ, ਉਸੇ ਤਰੀਕੇ ਨਾਲ ਰੱਖਦੇ ਆ, ਸਿੱਧੀ ਅਦਾਇਗੀ ਕਰ ਦਿੰਦੇ, ਫਿਰ ਆੜਤੀਆ ਖੁਸ਼ ਹੈ? ਫਿਰ ਠੀਕ ਹੈਗਾ। ਫਿਰ ਮਤਲਬ ਕੋਈ ਕਲੀਅਰ ਤੇ ਹੋਵੇ ਨਾ। ਕਲੀਅਰ ਹੀ ਕੁਝ ਨਹੀਂ ਅਜੇ। ਹਾਂ, ਪਿਛਲੀ ਵਾਰੀ ਇਹਨਾਂ ਨੇ ਸਾਨੂੰ ਪਹਿਲਾਂ ਰਿਟਰਨ ਦੇ ਦਿੱਤਾ ਮਾਰਕ ਕਮੇਟੀ ਨੇ ਵੀ ਜ਼ਿਮੀਂਦਾਰ ਤੋਂ ਇੰਨੀ ਲੇਬਰ ਕੱਟੋ। ਅਸੀਂ ਜੇ ਫਾਰਮ ਕੱਢਤੇ ਉਹਨਾਂ ਦੇ, ਬਾਅਦ 'ਚ ਫਿਰ ਆਰਡਰ ਆ ਗਿਆ ਵੀ ਜ਼ਿਮੀਂਦਾਰ ਤੋਂ ਲੇਬਰ ਨਹੀਂ ਲੈ ਸਕਦੇ। ਹੁਣ ਦੇਖੋ, ਲੇਬਰ ਸਾਡੇ ਆਪਣੀ ਤਾਂ ਹੈ ਨਹੀਂ ਕਰਦੀ, ਜਿਹੜੇ ਮਜ਼ਦੂਰ ਕੰਮ ਕਰਦੇ ਨੇ ਲੇਬਰ ਤਾਂ ਲੈਣੀ ਹੈ। ਉਹ ਜਿਹੜੇ ਜ਼ਿਮੀਂਦਾਰ ਸਾਨੂੰ ਕੋਲ ਜੇ ਫਾਰਮ ਲੈ ਗਏ ਸੀ ਪਹਿਲੇ ਆਲਰੇਡੀ, ਉਹ ਸਾਨੂੰ ਅੱਜ ਤੱਕ ਲੇਬਰ ਨਹੀਂ ਮਿਲੀ। ਜ਼ਿਮੀਂਦਾਰ ਕਹਿੰਦੇ ਗਵਰਨਮੈਂਟ ਕਹਿੰਦੀ ਲੇਬਰ ਨਹੀਂ ਦੇਣੀ। ਹੁਣ ਉਹ ਲੇਬਰ ਕੌਣ ਦੇਗਾ ਸਾਨੂੰ? ਜ਼ਿਮੀਂਦਾਰ ਦੇ ਕਈਆਂ ਕੋਲ ਪੈਸੇ ਨਹੀਂ ਹੁੰਦੇ ਜੇਬ 'ਚ, ਉਹ ਕਿੱਥੋਂ ਦਊਗਾ? ਇਹ ਮਤਲਬ ਮੁਸ਼ਕਲ ਹੋ ਗਿਆ ਨਾ ਕੰਮ। ਹੋਰ ਆੜਤੀਏ ਵੀ ਹੈਗੇ ਆ ਬਾਈ ਜੀ। ਹੁੰਦਾ ਕੀ ਹੈ ਕਿ ਤੁਸੀਂ ਪਹਿਲਾਂ ਐਡਵਾਂਸ 'ਚ ਪੈਸੇ ਕਿਸਾਨਾਂ ਨੂੰ ਦੇ ਦਿੰਦੇ ਹੋ, ਕਿਉਂਕਿ ਇਹ ਤਾਂ ਇੱਕ ਚੱਕਰ ਚੱਲਦਾ ਹੈ ਕਿ ਫਸਲ ਆਉਂਦੀ ਹੈ, ਤੁਸੀਂ ਫਿਰ ਉਹ 'ਚ ਕੱਟ ਲੈਂਦੇ ਹੋ ਜਾਂ ਵਿਆਜ ਲਾ ਲੈਂਦੇ ਹੋ। ਕਿੰਨਾ ਕੁ ਕੁੱਲ ਪੈਸਾ ਜਿਹੜਾ ਤੁਹਾਡਾ ਐਡਵਾਂਸ 'ਚ ਗਿਆ ਹੋਇਆ, ਤਾਂ ਮੈਨੂੰ ਲੱਗਦਾ ਜੇ ਸਿੱਧੀ ਅਦਾਇਗੀ ਹੋਣ ਲੱਗੀ ਤੁਹਾਡਾ ਤਾਂ ਉਹ ਪੈਸਾ ਡੁੱਬ ਜਾਊਗਾ। ਹਾਂਜੀ, ਡੁੱਬ ਗਿਆ ਜੀ ਪੈਸਾ। ਕਾਫੀ ਪੈਸਾ 1 ਕਰੋੜ ਤੋਂ ਉੱਪਰ ਹੈਗਾ ਆਪਣਾ, ਤੇ ਉਹ ਫਿਰ ਡੁੱਬ ਹੀ ਜਾਣਾ ਜੀ ਉਹਦਾ ਇਦਾਂ, ਹੈ ਨਾ। ਜੇ ਸਿੱਧੀ ਅਦਾਇਗੀ ਹੋ ਗਈ ਫਿਰ ਉਹ ਪੈਸਾ ਤਾਂ ਨਹੀਂ ਉਹ ਹੋਈ ਨਾ। ਇੱਕ ਵੱਡਾ ਸਵਾਲ ਹੈ ਕਿ ਜਿਹੜੀ ਐਡਵਾਂਸ 'ਚ ਪੈਸੇ ਗਏ ਆ, ਉਹ ਫਿਰ ਪੈਸੇ ਇਹਨਾਂ ਦੇ ਡੁੱਬਣ ਦਾ ਖਤਰਾ ਆ। ਕਿਸਾਨ ਨੇ ਇਹ ਫਸਲ ਲੈ ਕੇ, ਕਿਸਾਨ ਖੁਦ ਇੱਥੇ ਆਏ ਨੇ। ਤਾਂ ਪਹਿਲਾਂ ਬਾਈ ਜੀ ਜਦੋਂ ਸਰਕਾਰੀ ਖਰੀਦ ਜਦੋਂ ਤਰੀਕ ਆਉਂਦੀ ਸੀਗੀ ਤਾਂ ਮੈਨੂੰ ਲੱਗਦਾ ਖੁਸ਼ੀਆਂ ਨਾਲ ਕਿਸਾਨ ਲੈ ਕੇ ਆਉਂਦਾ ਸੀ ਫਸਲ। ਅੱਜ ਤੁਹਾਡਾ ਵੀ ਚਿਹਰਾ ਮੁਰਝਾਇਆ ਲੱਗ ਰਿਹਾ ਵੀ ਸਾਨੂੰ ਇੱਦਾਂ, ਸਾਨੂੰ ਪਰੇਸ਼ਾਨੀ ਇਸ ਗੱਲ ਦੀ ਹੋ ਜਾਣੀ ਜੀ। ਹਾਲੇ ਸਾਨੂੰ ਇੱਕ ਤਾਂ ਬਾਰਦਾਨਾ ਨਹੀਂ, ਬਾਰਦਾਨੇ ਸਵੇਰ ਦੇ ਮੰਡੀ ਆਏ ਹੋਏ ਆ, ਹਾਲੇ ਤਾਈਂ ਬਾਰਦਾਨਾ ਨਹੀਂ ਮਿਲਿਆ। ਤਾਂ ਦੂਸਰਾ ਨੰਬਰ, ਅਸੀਂ ਫਸਲ ਥੋੜੀ ਕਟਾ ਕੇ ਲਿਆਂਦੀ ਆ, ਹਾਲੇ ਬਾਕੀ ਅਸੀਂ ਕਟਾਉਣੀ ਬਾਕੀ ਆ। ਤਾਂ ਉਹਦੇ ਵਾਸਤੇ ਅਸੀਂ, ਜੇ ਸਾਡੀ ਪਹਿਲੀ ਫਸਲ ਹੀ ਨਹੀਂ ਚੱਕ ਹੋਈ ਤਾਂ ਦੂਜੀ ਫਸਲ ਅਸੀਂ ਕਿੱਦਾਂ ਲੈ ਕੇ ਆਵਾਂਗੇ? ਕਿਹੜੇ ਮੂੰਹ ਨਾਲ ਲੈ ਕੇ ਆਵਾਂਗੇ? ਉਹ ਤਾਂ ਪੱਕੀ ਖੜੀ ਆ, ਉਹ ਤਾਂ ਫਿਰ ਤੁਸੀਂ ਲੱਗਦਾ ਕਿ ਉਹ ਇੱਕ ਡਰ ਬਣਿਆ ਕਿ ਮੌਸਮ ਨਾ ਖਰਾਬ ਹੋ ਜੇ ਪੱਕੀ ਫਸਲ।
ਪੱਕੀ ਫਸਲ ਦਾ ਡਰ ਤਾਂ ਬਣਿਆ ਜੀ। ਮੌਸਮ ਜੇ ਖਰਾਬ ਹੋ ਗਿਆ ਉਦੋਂ ਤਾਂ ਖੱਤੇ ਵਿੱਚ ਹੀ ਰੁਲ ਜੂ ਜੀ ਉਹ ਤਾਂ। ਹਾਂਜੀ, ਉਹ ਤਾਂ ਫਿਰ ਸਾਡੇ ਹਿੱਸੇ ਵੀ ਕੁਝ ਨਹੀਂ ਪਊ। ਬਾਕੀ ਤੁਸੀਂ ਜਿਸ ਤਰ੍ਹਾਂ ਕਹਿੰਦੇ ਆ ਸਿੱਧੀ ਅਦਾਇਗੀ, ਜਿਹੜਾ ਆੜਤੀਆ ਤੇ ਜ਼ਿਮੀਂਦਾਰ ਦਾ ਰਿਸ਼ਤਾ ਹੈ 9 ਮਾਸ ਦਾ ਰਿਸ਼ਤਾ ਆ। ਜੇ ਤੁਸੀਂ ਉਹਨਾਂ ਦੇ ਥਰੂ ਸਾਨੂੰ ਪੈਸੇ ਮਿਲਦੇ ਆ ਤਾਂ ਉਹ ਇਦਾਂ ਵੀ ਸਾਡਾ ਜਿਹੜਾ ਟਾਈਮ ਆ ਉਹ ਸਾਰਦੇ ਆ। ਸਾਨੂੰ ਲੋੜ ਪੈਣ ਤੇ ਮੌਕੇ ਤੇ ਪੈਸੇ ਮਿਲਦੇ ਆ। ਜਿਸ ਤਰ੍ਹਾਂ ਮੋਦੀ ਸਾਹਿਬ ਕਹਿੰਦੇ ਆ ਵੀ ਅਸੀਂ ਪੈਸੇ ਤੁਹਾਨੂੰ ਸਿੱਧੇ ਅਕਾਊਂਟਾਂ 'ਚ ਪਾਵਾਂਗੇ, ਉਹਨਾਂ ਨੂੰ ਆੜਤੀਆ ਸਾਹਿਬ ਨੂੰ ਵੀ ਇਹ ਡਰ ਆ ਵੀ ਜੇ ਅਸੀਂ ਸਿੱਧੇ ਪੈਸੇ ਉਹਨਾਂ ਦੇ ਅਕਾਊਂਟ 'ਚ, ਕਈ ਜ਼ਿਮੀਂਦਾਰ ਕਈ ਹੈਗੇ ਆ ਵੀ ਕੁਝ ਬੰਦਿਆਂ ਦੇ ਦਿਲੋਂ ਬੇਈਮਾਨ ਹੋ ਜਾਂਦੇ ਆ ਵੀ ਪੈਸੇ ਨਹੀਂ ਦਿੰਦੇ। ਪਰ ਜਿਹੜੇ ਬੰਦਿਆਂ ਦਾ ਬਿਹਾਰ ਬਣਿਆ ਆ ਉਹਨਾਂ ਦਾ ਵੀ ਬਿਹਾਰ ਖਰਾਬ ਹੁੰਦਾ ਆ। ਤਾਂ ਇਸ ਕਰਕੇ ਇਸ ਆੜਤੀਆਂ ਦਾ ਰਿਸ਼ਤਾ ਜਿਹੜਾ ਜ਼ਿਮੀਂਦਾਰ ਨਾਲ ਹੈ ਉਹ ਨਹੀਂ ਟੁੱਟਣਾ ਚਾਹੀਦਾ। ਉਹਦੇ ਨਾਲ ਸਾਨੂੰ ਇਹ ਫਾਇਦਾ ਆ ਵੀ ਅਸੀਂ ਲੋੜ ਪੈਣ ਤੇ ਅੱਧੀ ਰਾਤ ਨੂੰ ਵੀ ਪੈਸੇ ਲੈ ਸਕਦੇ ਆ। ਸਰਕਾਰ ਦੀਆਂ ਨੀਤੀਆਂ ਐ ਲੱਗਦੀਆਂ ਨੇ ਕਿ ਆੜਤੀਆਂ ਨੂੰ ਕੱਢਣਾ ਚਾਹੁੰਦਾ ਵਿੱਚੋਂ। ਹਾਂਜੀ, ਆੜਤੀਆਂ ਨੂੰ ਉਹ ਕੱਢਣਾ ਚਾਹੁੰਦੇ ਆ। ਤਾਂ ਦੂਸਰਾ ਨੰਬਰ, ਸਾਨੂੰ ਅੱਧੀ ਰਾਤ ਨੂੰ ਲੋੜ ਪਊਗੀ ਪੈਸਿਆਂ ਦੀ ਤਾਂ ਬੈਂਕ ਸਾਨੂੰ ਪੈਸੇ ਨਹੀਂ ਦਊਗਾ। ਇਹਨਾਂ ਨੂੰ ਅਸੀਂ ਰਾਤ ਨੂੰ ਵੀ ਫੋਨ ਕਰਾਂਗੇ, ਸਾਡਾ ਰਾਤ ਨੂੰ ਵੀ ਫੋਨ ਚੱਕ ਕੇ ਸਾਨੂੰ ਜਿੰਨੇ ਪੈਸੇ ਦੀ ਲੋੜ ਹੈ ਸਾਨੂੰ ਉਹ ਮਿਲਣਗੇ। ਸਾਡਾ ਟਾਈਮ ਸਰੂਗਾ। ਬੇਸ਼ੱਕ ਦੀ ਅਸੀਂ ਫਸਲ ਤੇ ਪੈਸੇ ਕਟਾਵਾਂਗੇ, ਪਰ ਸਾਡਾ ਇੱਕ ਰਿਸ਼ਤਾ ਦਾ ਬਣਿਆ ਹੋਇਆ ਨਾ, ਸਾਡਾ ਬਿਹਾਰ ਬਣਿਆ ਹੋਇਆ ਆ ਵੀ ਅਸੀਂ ਇਹਨਾਂ ਤੋਂ ਵੱਖ ਹੋ ਕੇ ਅਸੀਂ ਹੋਰ ਕੋਈ ਕੰਮ ਨਹੀਂ ਆਪਣੀ ਤਰਤੀਬ ਨਾਲ ਕਰ ਸਕਦੇ। ਸਰਕਾਰ ਦੀ ਮਨਸ਼ਾ ਕੀ ਲੱਗਦੀ ਹੈ ਕਿ ਇਹ ਸਭ ਕੁਝ ਜੋ ਕੀਤਾ ਜਾ ਰਿਹਾ, ਪਹਿਲਾਂ 3 ਖੇਤੀ ਕਾਨੂੰਨ ਲਿਆਉਣ ਦੇ, ਖਾਦਾਂ ਦੇ ਵੀ ਰੇਟ ਵਧਾਤੇ, ਹੁਣ ਇਹ ਸਿੱਧੀ FCI ਦੀ ਸਿੱਧੀ ਅਦਾਇਗੀ ਦੀ ਗੱਲ ਕਰ ਰਹੇ, ਮਨਸ਼ਾ ਕੀ ਲੱਗਦੀ ਹੈ? ਮਨਸ਼ਾ ਜੀ ਉਹਨਾਂ ਦੀ ਸਿਰਫ ਉਹਨਾਂ ਵੱਡੇ ਘਰਾਣਿਆਂ ਨੂੰ ਫਾਇਦਾ ਕਰਾਉਣ ਦਾ ਸੋਚ ਰਹੀ ਹੈ ਸਰਕਾਰ। ਸਾਡੇ ਖਿਲਾਫ ਆ। ਬਾਕੀ ਜਿੱਦਾਂ ਜਨਤਾ ਨੂੰ, ਸਾਰੀ ਜਨਤਾ ਜਾਗਰੂਕ ਹੋਊਗੀ, ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਣਾ ਆ ਵੀ ਕੀ ਭਾਅ ਹੋਇਆ, ਕੀ ਭਾਅ ਵਿਕਣੀ ਆ। ਜਦੋਂ ਸਾਡੇ ਕੋਲੋਂ ਕਣਕ ਉਹਨਾਂ ਨੇ ਮੁੜ ਕੇ ਲੁੱਟ ਖਸੁੱਟ ਕਰਕੇ ਲੈ ਲੈਣੀ ਆ ਫਸਲ, ਬਾਅਦ ਵਿੱਚ ਜਦੋਂ ਮਹਿੰਗੇ ਭਾਅ ਵਿਕੀ ਤਾਂ ਫਿਰ ਗਰੀਬ ਜਨਤਾ ਨੂੰ ਫਿਰ ਪਤਾ ਖੁੱਲਣਾ, ਫਿਰ ਉਹਨਾਂ ਦੀਆਂ ਅੱਖਾਂ ਖੁੱਲਣੀਆਂ ਵੀ ਕੀ ਬਣਿਆ ਆ। ਇਹੀ ਕੰਮ ਰਿਹਾ ਤਾਂ ਮੈਨੂੰ ਲੱਗਦਾ ਕਿ ਕਿਸਾਨ ਤਾਂ ਹੋਰ ਰੁਲ ਜੂਗਾ ਕਿ ਆਪਣੀ ਫਸਲ ਲੈ ਕੇ ਪੁੱਤਾਂ ਵਾਂਗੂ ਜਿਹੜੀ ਪਾਲੀ ਫਸਲ ਆ ਉਹਨੂੰ ਲੈ ਕੇ ਤਾਂ ਹੁਣ ਰੁਲਣ ਵਾਲਾ ਹੀ ਕੰਮ ਆ, ਕਿਉਂਕਿ ਲੈਣੀ ਪਤਾ ਨਹੀਂ ਕਿੰਨੇ ਆ, ਪੈਸੇ ਪਤਾ ਨਹੀਂ ਕਿੰਨੇ ਦੇਣੇ ਆ, ਤਾਂ ਇਹ ਰੁਲਣ ਵਾਲਾ ਹੀ ਹਿਸਾਬ ਹੋ ਗਿਆ। ਹਾਂਜੀ, ਇਹ ਤਾਂ ਬਿਲਕੁਲ ਜੀ ਰੋਲਣ ਵਾਲਾ ਹਿਸਾਬ ਹੋ ਗਿਆ ਜੀ। ਉਹਨਾਂ ਨੇ ਜੀ ਵੱਡੇ ਘਰਾਣਿਆਂ ਨੇ ਸੋਚਿਆ ਹੀ ਇਹ ਆ, ਬਹੁਤ ਵੱਡੀ ਸੋਚੀ ਸਮਝੀ ਸਾਜ਼ਿਸ਼ ਆ, ਬਹੁਤ ਵੱਡਾ ਪਲਾਨ ਕੀਤਾ ਗਿਆ ਹੋਇਆ ਆ। ਇਸੇ ਕਰਕੇ ਇਹ ਸਭ ਕੁਝ ਹੋ ਰਿਹਾ ਜੀ। ਆੜਤੀਏ ਕੱਢਣਾ ਕਿ ਚਾਹੁੰਦੇ ਵਿੱਚੋਂ ਅਰੋੜਾ ਸਾਹਿਬ? ਦੇਖੋ ਜੀ, ਖਰਚਾ ਬੜਾ ਪੈਂਦਾ। ਜਿਹੜੀ ਮਾਰਕੀਟ ਫੀਸ ਹੈਗੀ ਹੈ, ਆਪਣੇ ਰੂਰਲ ਡਿਵੈਲਪਮੈਂਟ ਫੰਡ ਹੈਗਾ 2.5% ਆੜਤ ਹੈਗੀ ਹੈ, ਉਹ ਕਰੋੜਾਂ ਰੁਪਈਆ ਸਰਕਾਰ ਨੂੰ ਦੇਣਾ ਪੈਂਦਾ ਹੈ ਇਹਨਾਂ ਨੂੰ। ਇਹਦੇ ਵਿੱਚ ਤਾਂ ਇਹ ਵੀ ਹੈ ਨਾ, ਫਿਰ ਉਹ ਪਿੰਡਾਂ ਦਾ ਵਿਕਾਸ ਰੁਕ ਜੂਗਾ, ਪਿੰਡਾਂ ਦੀਆਂ ਸੜਕਾਂ ਰੁਕ ਜਾਣਗੀਆਂ ਜਿਹੜੀਆਂ ਮਾਰਕੀਟ ਕਮੇਟੀ ਬਣਾਉਂਦੀ, ਫਿਰ ਉਹ ਚੀਜ਼ਾਂ ਖਤਮ ਹੋ ਜਾਣਗੀਆਂ ਵਿੱਚ। ਹੁਣ ਸਰਕਾਰ ਨੂੰ ਸੋਚਣਾ ਪਏਗਾ ਵੀ ਉਹ ਕਿੱਥੋਂ ਖਰਚੇ ਕਰਨੇ। ਸੜਕਾਂ ਤੇ ਹੁਣ ਵੀ ਬੜਾ ਬੁਰਾ ਹਾਲ ਹੈ ਸੜਕਾਂ ਦਾ। ਅੱਛਾ, ਤੁਹਾਨੂੰ ਦਰਦ ਹੈ ਕਿਉਂਕਿ ਰਿਸ਼ਤਾ ਤੁਹਾਡਾ ਕਿਸਾਨ ਤੇ ਆੜਤੀ ਦਾ ਰਿਸ਼ਤਾ ਤੇ 9 ਮਾਸ ਵਾਲਾ ਰਿਸ਼ਤਾ, ਬਹੁਤ ਗੂੜਾ ਰਿਸ਼ਤਾ, ਦਰਦ ਹੈਗਾ ਕਿ ਆਪਣੀ ਫਸਲ ਨੂੰ ਲੈ ਕੇ ਵਿਚਾਰੇ ਰੁਲਦੇ ਫਿਰਦੇ ਆ, ਪਤਾ ਨਹੀਂ ਕਿਹਨੂੰ ਦੇਣੀ ਆ। ਹੁਣ ਤੁਸੀਂ ਮਜਬੂਰੀ ਵਸ ਲੈ ਨਹੀਂ ਸਕਦੇ, ਸਰਕਾਰ ਨੇ ਪੈਸੇ ਦੇਣੇ ਆ, ਹੁਣ ਇਹਨਾਂ ਨੂੰ ਵੀ ਕੁਝ ਨਹੀਂ ਸਮਝ ਆ ਰਿਹਾ, ਦਰਦ ਹੈ ਕੋਈ? ਗੱਲ ਇਸ ਤਰ੍ਹਾਂ ਜੀ, ਅੱਗੇ ਜ਼ਿਮੀਂਦਾਰ ਸਾਡੇ ਕੋਲ ਪੈਸੇ ਐਡਵਾਂਸ ਮੰਗਦੇ ਸੀ। ਹੁਣ ਇੱਕ ਜ਼ਿਮੀਂਦਾਰ ਦੇ ਬੱਚਾ ਬੱਚੀ ਹੋਣ ਵਾਲਾ ਸੀ, ਮੇਰੇ ਕੋਲ ਆਇਆ, ਕਹਿੰਦਾ ਜੀ ਮੈਨੂੰ ਅੱਧੀ ਰਾਤ ਨੂੰ ਸ਼ਾਮ ਨੂੰ ਆਇਆ 35,000 ਰੁਪਏ ਚਾਹੀਦਾ ਹੁਣ ਮੇਰੇ ਭਰਾ ਦੇ ਬੱਚਾ ਹੋਣ ਵਾਲਾ। ਮੈਂ ਦੇ ਤੇ, ਮੈਂ ਕਿਹਾ ਚਲੋ, ਵੈਸੇ ਤਾਂ ਦੇਣ ਨੂੰ ਦਿਲ ਨਹੀਂ ਕਰਦਾ, ਡਰੇ ਆ ਪਿਛਲੇ ਪੈਸੇ ਸਾਡੇ, ਉਹ ਮੈਂ ਦੇ ਤੇ ਚਲੋ ਬੇਟਾ ਹੋਇਆ, ਮੋੜ ਗਿਆ ਸਾਨੂੰ ਪੈਸੇ। ਜ਼ਿਮੀਂਦਾਰ ਚੰਗੇ ਹੈ, ਪੈਸਾ ਨਹੀਂ ਕੋਈ ਜ਼ਿਮੀਂਦਾਰ ਸਾਡਾ ਰੱਖਦਾ, ਪਰ ਹੁਣ ਪੋਜੀਸ਼ਨ ਜ਼ਿਮੀਂਦਾਰ ਵੀ ਡਰੇ ਆ ਤੇ ਆੜਤੀ ਵੀ ਡਰੇ ਆ ਵੀ ਹੁਣ ਜੇ ਅੱਗੇ ਪੈਸਾ ਦੇਤਾ ਕੱਟਣਾ ਕਿੱਥੋਂ ਹੈ? ਸਿੱਧੀ ਅਦਾਇਗੀ ਉਹ ਜ਼ਿਮੀਂਦਾਰ ਨੇ ਪੈਸੇ ਲੈ ਕੇ ਚਲੇ ਜਾਣਾ, ਸਾਨੂੰ ਕਿਹਨੇ ਮੋੜ? ਜੇ ਤੁਹਾਡੀ ਪਰਸੈਂਟੇਜ ਕੱਢ ਕੇ ਜੇ ਸਿੱਧੀ ਅਦਾਇਗੀ ਹੋ ਜਾਏ ਤਾਂ ਆੜਤੀਆ ਖੁਸ਼ ਹੈ? ਨਹੀਂ, ਉਹ ਤੇ ਚਲੋ ਗੌਰਮੈਂਟ ਜੋ ਕਰੇਗੀ ਉਹ ਕਰਨਾ ਹੀ ਪੈਣਾ ਉਹਨਾਂ ਨੂੰ, ਪਰ ਅਦਾਇਗੀ ਸਿੱਧੀ ਦਾ ਇਹੀ ਹੈ ਵੀ ਜਿਹੜੇ ਸਾਡੇ ਪੈਸੇ ਰੁਕੇ ਹੋਏ ਨੇ ਪਿਛਲੇ, ਜਾਂ ਉਹ ਸਾਨੂੰ ਕਿਸੇ ਨੇ ਨਹੀਂ ਦੇਣੇ। ਜਦ ਹੁਣ ਇੱਕ ਜ਼ਿਮੀਂਦਾਰ ਮੇਰੀ ਫਸਲ ਵੇਚ ਕੇ ਚਲਾ ਗਿਆ, ਉਹਨੂੰ ਪਤਾ ਮੇਰੇ ਅਕਾਊਂਟ 'ਚ ਪੈਸੇ ਆ ਜਾਣੇ ਆ, ਠੀਕ ਹੈ, ਉਹਨੂੰ ਕੀ ਲੋੜ ਹੈ ਇੱਥੇ ਬਹਿਣ ਦੀ ਜਾਂ ਪੈਸੇ ਮੋੜਨ ਦੀ। ਅੱਛਾ, ਹੁਣ ਮੀਟਿੰਗ ਵੈਸੇ ਤਾਂ ਚੱਲ ਰਹੀ ਆ, ਹੜਤਾਲ ਤੇ ਜਾਣ ਦੇ ਨਾਲ ਫਾਇਦਾ ਹੋਊਗਾ ਕਿਉਂਕਿ ਨੁਕਸਾਨ ਤੁਹਾਡਾ ਵੀ ਨੁਕਸਾਨ ਆ ਤੇ ਕਿਸਾਨ ਦਾ ਵੀ ਨੁਕਸਾਨ ਆ, ਪੱਕੀ ਫਸਲ ਹੈ ਕੋਈ। ਹੁਣ ਤਾਂ ਮੌਕੇ ਦੇ ਉੱਪਰ ਆ ਕੇ ਸਰਕਾਰ ਨੇ ਫੈਸਲਾ ਲਿਆ, ਹੜਤਾਲ ਚੱਲੂਗੀ ਕਿ ਜਾਂ ਹੋ ਜੂਗੀ ਖਰੀਦ? ਤੁਹਾਡਾ ਪਰਸਨਲ ਕੀ ਵਿਊ ਆ? ਦੇਖੋ ਜੀ, ਹੜਤਾਲਾਂ ਦਾ ਅਸੀਂ ਵੀ ਨਹੀਂ ਕਰਕੇ ਖੁਸ਼, ਕੋਈ ਨੁਕਸਾਨ ਹੀ ਹੈ, ਸਾਡਾ ਵੀ ਨੁਕਸਾਨ ਹੈ, ਜ਼ਿਮੀਂਦਾਰ ਦਾ ਵੀ ਨੁਕਸਾਨ ਹੈ। ਜ਼ਿਮੀਂਦਾਰ ਦਾ ਜ਼ਿਆਦਾ ਨੁਕਸਾਨ ਹੈ। ਅਸੀਂ ਤੇ ਬੈਠੇ ਹਾਂ ਆਪਣੇ ਦੁਕਾਨਾਂ 'ਚ, ਚਲੋ ਮਾਲ ਆਊਗਾ ਅਸੀਂ ਗੌਰਮੈਂਟ ਨੂੰ ਭਰ ਦੇਣਾ। ਜਿਸ ਤਰ੍ਹਾਂ ਪਹਿਲੇ ਸਿਸਟਮ ਚੱਲਦਾ ਸੀ ਬੜਾ ਵਧੀਆ ਚੱਲਦਾ ਸੀ, ਮੈਨੂੰ 50 ਸਾਲ ਹੋ ਗਏ ਮੰਡੀ 'ਚ, ਹੁਣ 2-3 ਸਾਲ ਤੋਂ ਨਵਾਂ ਚੱਕਰ ਚੱਲਿਆ, ਅਸੀਂ ਵੀ ਪਰੇਸ਼ਾਨ ਹਾਂ ਬੜੇ। ਪਿਛਲਾ ਪੈਸਾ ਜਿਹੜਾ ਸਾਡਾ ਉਹ ਤਾਂ ਮਿਲਦਾ ਨਹੀਂ। ਅੱਛਾ, ਫਿਰ ਸਾਡਾ ਇੱਕ 2019 ਦਾ ਇਹਨਾਂ ਨੇ ਆੜਤ ਸਾਡੀ ਰੋਕੀ ਹੋਈ ਹੈ। ਪਹਿਲੇ ਸਾਡੇ ਕੋਲ ਜ਼ਿਮੀਂਦਾਰ ਪੈਸੇ ਲੈ ਗਏ, ਚੈੱਕ ਥਰੂ ਲੈ ਗਏ ਜਾਂ ਕੈਸ਼ ਲੈ ਗਏ 19 ਦੇ ਵਿੱਚ, ਬਾਅਦ 'ਚ ਇਹਨਾਂ ਕਿਹਾ ਜੀ ਪੋਰਟਲ ਪਾਓ ਤੁਸੀਂ। ਹੁਣ ਅਸੀਂ ਜੋ ਪੋਰਟਲ ਪਾਇਆ ਬਾਅਦ 'ਚ ਲੇਟ ਪਿਆ, ਸਾਨੂੰ ਅਜੇ ਤੱਕ ਪੇਮੈਂਟ ਨਹੀਂ ਮਿਲੀ ਪਿਛਲੀ 2019 ਦੀ।
1 ਕਰੋੜ 131 ਕਰੋੜ ਰੁਪਈਆ ਜਿਹੜਾ ਪੰਜਾਬ ਆੜਤ ਦਾ ਰੁਕਿਆ, ਸਾਰੇ ਮਤਲਬ ਕਿੰਨੀਆਂ ਮੰਡੀਆਂ ਦਾ ਰੁਕਿਆ, ਉਹ ਸਾਨੂੰ ਦੇਣ ਤੇ ਅਸੀਂ ਕਾਰੋਬਾਰ ਕਰਾਂਗੇ। ਜੇ ਸਾਡਾ ਪਿਛਲਾ ਪੈਸਾ ਨਹੀਂ ਮਿਲਦਾ ਪਿਆ, ਅੱਗੋਂ ਸਾਨੂੰ ਕੋਈ ਉਮੀਦ ਨਹੀਂ ਵੀ ਆਹ ਕੀ ਕਰਨਾ ਗੌਰਮੈਂਟ ਨੇ, ਆੜਤ ਸਾਨੂੰ ਦੇਣੀ ਕਿ ਨਹੀਂ ਦੇਣੀ, ਕੀ ਬਣਨਾ। ਲੇਬਰ ਹੁਣ ਲੇਬਰ ਕਹਿੰਦੇ ਜ਼ਿਮੀਂਦਾਰ ਤੋਂ ਲਵੋ, ਜ਼ਿਮੀਂਦਾਰ ਹੁਣ ਇਹ ਆਇਆ, ਤੁਸੀਂ ਗੱਲ ਕੀਤੀ ਹੈ, ਇਹਦੇ ਕੋਲ ਪੈਸੇ ਨਹੀਂ ਹੈ, ਕਿੱਥੋਂ ਦਊਗਾ। ਅਗਰ ਅਸੀਂ ਜੇ ਫਾਰਮ 'ਚ ਲੇਬਰ ਕਟਾ ਕੇ ਜੇ ਫਾਰਮ ਕਰਦੇ, ਉਹ ਸਿਸਟਮ ਵਧੀਆ ਸੀ। ਜ਼ਿਮੀਂਦਾਰ ਆਇਆ, ਜੋ ਵੀ ਮਾਰਕੀਟ ਕਮੇਟੀ ਦਾ ਲੇਬਰ ਹੈਗੀ ਹੈ, ਮੰਨ ਲਓ 6 ਰੁਪਏ ਕਿੰਨੇ ਪੈਸੇ ਹੈ ਜਾਂ 5 ਰੁਪਏ ਕੁਝ ਪੈਸੇ ਹੈ, ਉਹ ਅਸੀਂ ਜੇ ਫਾਰਮ 'ਚ ਘਟਾ ਕੇ ਜੇ ਫਾਰਮ ਦਿੰਦੇ, ਉਹ ਸਿਸਟਮ ਬਹੁਤ ਵਧੀਆ ਸੀ। ਹੁਣ ਜ਼ਿਮੀਂਦਾਰ ਤੋਂ ਲੇਬਰ ਨਹੀਂ ਨਾ, ਲੇਬਰ ਕੰਮ ਕਿੱਥੋਂ ਕਰੂਗੀ? ਜਿਹੜੇ ਵਿਚਾਰੇ ਬਿਹਾਰ 'ਚੋਂ ਆਏ ਜਾਂ ਪ੍ਰਦੇਸ਼ 'ਚੋਂ ਆਏ ਤੇ ਕੰਮ ਕਰਨ ਵਾਸਤੇ ਆਏ ਨਾ, ਉਹਨਾਂ ਨੂੰ ਜਦੋਂ ਪੈਸੇ ਨਹੀਂ ਮਿਲਣੇ ਟਾਈਮ ਸਿਰ, ਤੋਂ ਕਿੱਥੋਂ ਦੇਣਗੇ? ਡਰੇ ਹੋਏ ਨੇ ਕਿਸਾਨ ਵੀ, ਡਰਿਆ ਹੋਇਆ ਤੇ ਆੜਤੀਏ ਵੀ ਡਰੇ ਹੋਏ ਆ ਕਿ ਕਿਸ ਤਰੀਕੇ ਨਾਲ, ਕਿਉਂਕਿ ਕਲੈਰਿਟੀ ਅਜੇ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ। ਮੀਟਿੰਗਾਂ ਚੱਲ ਰਹੀਆਂ ਨੇ, ਹੜਤਾਲ ਵੀ ਜਿਹੜੀ ਹੈ ਉਹ ਇਹਨਾਂ ਦੇ ਵੱਲੋਂ ਕੀਤੀ ਗਈ, ਕਿਉਂਕਿ ਅੱਜ ਸਰਕਾਰੀ ਖਰੀਦ ਹੋਣੀ ਸੀ ਪਰ ਅਜੇ ਉਸ ਲੈਵਲ ਦੇ ਨਾਲ ਨਹੀਂ ਹੋ ਰਹੀ। ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਇਹ ਮੰਡੀ ਹੈ, ਜਲੰਧਰ ਦੀ ਵੱਡੀ ਦਾਣਾ ਮੰਡੀ ਹੈ, ਜਿਹਦੇ ਵਿੱਚ ਅਜੇ ਕਿਸਾਨ ਟਾਵਾਂ ਦਿਸ ਰਿਹਾ ਹੈ। ਕਣਕ ਵੀ ਜਿਹੜੀ ਅਜੇ ਘੱਟ ਆਈ ਹੈ, ਕਿਉਂਕਿ ਕਿਸਾਨ ਇਹਨਾਂ ਆੜਤੀਆਂ ਨੂੰ ਪੁੱਛ ਕੇ ਆ ਰਿਹਾ ਹੈ ਕਿ ਅਸੀਂ ਆਈਏ, ਤੁਸੀਂ ਲੈ ਲਓਗੇ, ਪਰ ਆੜਤੀਏ ਵੀ ਡਰੇ ਹੋਏ ਆ ਕਿ ਅਸੀਂ ਜੇ ਲੈ ਲਈ ਤਾਂ ਕਿਸ ਤਰੀਕੇ ਨਾਲ ਚੱਕੀ ਜਾਊਗੀ ਫਸਲ, ਇਹਨਾਂ ਦੀ ਪਰਸੈਂਟੇਜ ਹੁੰਦੀ ਹੈ ਜਿਹੜੀ, ਉਹ ਕਿਸ ਤਰੀਕੇ ਨਾਲ ਆਵੇਗੀ ਅਤੇ ਪੈਸੇ ਕੌਣ ਦੇਵੇਗਾ। ਇਹ ਇੱਕ ਵੱਡੀ ਗੱਲ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ। ਸਾਰੇ ਪਾਸੇ ਡਰ ਦਾ ਅਤੇ ਸਹਿਮ ਦਾ ਮਾਹੌਲ ਹੈ, ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਅੰਦੋਲਨ ਕਰ ਰਿਹਾ ਹੈ। ਉਤੋਂ ਦੂਸਰੇ ਪਾਸੇ FCI ਦੇ ਵੱਲੋਂ ਜਿਹੜੀ ਇਹ ਵੱਡੀ ਮਾਰ ਜਿਹੜੀ ਹੈ ਮਾਰੀ ਗਈ ਹੈ, ਜਿਸ ਤੋਂ ਬਾਅਦ ਕਿਸਾਨ ਅਤੇ ਆੜਤੀਏ ਦੋਵੇਂ ਡਰੇ ਹੋਏ ਨੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਜਲੰਧਰ।